ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਤੁਹਾਡੀ ਸੇਵਾ ਦੇ ਵਿੱਚ ਮਿੰਟੂ ਜੀ ਦਾ ਸਵਾਗਤ ਕਰਦੇ ਹਾਂ। ਮਿੰਟੂ ਜੀ ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਖਬਰਾਂ ਤਾਂ ਵੈਸੇ ਜਿਹੜੀਆਂ ਨਹੀਂ ਹੋਈ ਹੈ ਕਿ ਕੱਲ ਵੀ ਆਪਾਂ ਗੱਲ ਕੀਤੀ ਸੀਗੀ ਕਿ ਅਨਿਲ ਅਰੋੜਾ ਨਾਂ ਦਾ ਇੱਕ ਬੰਦਾ ਹੈ ਜਿਹਦਾ ਫੇਸਬੁੱਕ ਤੇ ਕੱਲ ਮੈਂ ਜ਼ਿਕਰ ਵੀ ਕੀਤਾ ਸੀ ਕਿ ਇੱਕ ਅਮਰੀਕਾ ਦੇ ਵਿੱਚ ਬੜੀ ਵੱਡੀ ਅਖਬਾਰ ਨੇ ਰਿਪੋਰਟ ਛਾਪੀ ਹੈ ਕਿ ਬੜੇ ਲੋਕ ਅਜਿਹੇ ਨੇ ਜੋ ਨਫ਼ਰਤ ਫੈਲਾ ਰਹੇ ਹਨ ਤੇ ਫੇਸਬੁੱਕ ਹੋ ਸਕਦਾ ਕਿ ਕੁਝ ਉੱਥੇ ਗਰੁੱਪਸ ਨੂੰ ਬੈਨ ਕਰ ਸਕਦੀ ਹੈ। ਅਨਿਲ ਅਰੋੜਾ, ਹਾਂਜੀ ਅਨਿਲ ਅਰੋੜਾ ਤੇ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਇਹ ਛੁਪ ਗਿਆ, ਗੁੰਮ ਹੋ ਗਿਆ, ਕਿੱਥੇ ਚਲਾ ਗਿਆ, ਕੌਣ ਹੈ, ਇਹਦੇ ਬਾਰੇ ਸਿਰਫ ਇਹਨਾਂ ਦੱਸ ਦਵਾਂ ਦੋਸਤੋ। ਇੱਕ ਚਰਚਾ ਹੈ ਫੇਸਬੁੱਕ ਤੇ, ਉਹਨੂੰ ਮੈਂ ਟਵਿਸਟ ਕਰਕੇ ਦੱਸਣ ਲੱਗਾ ਕਿਉਂਕਿ ਸਾਡੀ ਜ਼ਬਾਨ ਕਿਸੇ ਵੀ ਮਜ਼ਹਬ, ਕਿਸੇ ਵੀ ਧਰਮ, ਕਿਸੇ ਵੀ ਜਾਤ ਵਾਸਤੇ ਨਹੀਂ ਆਗਿਆ ਦਿੰਦੀ। ਸਾਨੂੰ ਜੋ ਸਾਡੀ ਮਾਂ ਨੇ, ਸਾਡੇ ਪਿਓ ਨੇ, ਸਾਡੇ ਧਰਮ ਨੇ ਸਿਖਾਇਆ ਹੈ ਉਹਦੇ ਵਿੱਚ ਇਹ ਹੈ ਕਿ ਇੱਕ ਬੰਦਾ ਫੇਸਬੁੱਕ ਤੇ ਇੱਕ ਗਰੁੱਪ 'ਚ ਗੱਲ ਕਰ ਰਿਹਾ, ਗਰੁੱਪ ਦੇ ਵਿੱਚ ਗੱਲ ਕਰਨ ਵਾਲਾ ਬੰਦਾ, ਇੱਕ ਨਾਮ ਹੈ ਉਹਦਾ, ਉਹ ਕਹਿੰਦਾ ਕਿ ਜੇ ਉਸ ਦਿਨ ਮਹਿਤਾ ਕਾਲੂ ਸੁੱਤਾ ਹੀ ਰਹਿੰਦਾ, ਬੜੀ ਵੱਡੀ ਇੱਕ ਗੱਲ ਉਹਨੇ ਕਹੀ ਹੈ ਤੇ ਦੂਜੇ ਹੱਸਦੇ ਨੇ। ਹੱਸਣ ਦਾ ਕਾਰਨ ਹੁਣ ਜਿਸ ਬੰਦੇ ਨੇ, ਮੈਂ ਗੱਲ ਕਹਿਣਾ ਕਿ ਇਹ ਗੱਲ ਕਹੀ ਹੈ, ਚਾਹੇ ਡਬਿੰਗ ਕਰਕੇ ਵੀ ਕਹੀ ਹੈ, ਚਾਹੇ ਮੁੱਕਰਦਾ ਕਿ ਮੇਰੀ ਆਵਾਜ਼ ਨਹੀਂ, ਕਿਸੇ ਹੋਰ ਨੇ ਕਿਹਾ, ਮੈਨੂੰ ਬਦਨਾਮ ਕੀਤਾ ਜਾ ਰਿਹਾ, ਉਸ ਬੰਦੇ ਦੀ ਮਾਂ ਨੂੰ ਪੁੱਛੋ ਵੀ ਇਹ ਜਿਹੜਾ ਬੱਚਾ ਜਾਂ ਬੱਚੀ ਜੋ ਵੀ ਜਿਹਨੇ ਵੀ ਡਬਿੰਗ ਕੀਤੀ ਹੈ, ਜਿਹਨੇ ਬੋਲਿਆ, ਉਹ ਤੇਰੀ ਤੇ ਤੇਰੇ ਘਰ ਵਾਲੇ ਦੀ ਕਮਾਈ ਹੈ ਜਾਂ ਕੋਈ ਹੋਰ ਹੈ? ਕਿਉਂਕਿ ਇਹੋ ਜਿਹਾ ਬੰਦਾ ਅਸਲੇ ਦਾ ਤਾਂ ਹੋ ਨਹੀਂ ਸਕਦਾ ਜਿਹੜਾ ਕਿਸੇ ਦੇ ਮਜ਼ਹਬ, ਕਿਸੇ ਦੇ ਧਰਮ ਬਾਰੇ, ਕਿਉਂਕਿ ਗੁਰੂ ਨਾਨਕ ਮਹਾਰਾਜ ਨੂੰ ਪੂਰੀ ਦੁਨੀਆ ਮੰਨਦੀ ਹੈ। ਉਹਨਾਂ ਨੇ ਜੇ ਗੱਲ ਕੀਤੀ ਤੇ ਸਭੇ ਸਾਂਝੀ ਵਾਲਸ ਦਾ ਇਹਨੇ ਕੋਈ ਨਾ ਦਿਸੇ ਬਾਹਰ ਅੱਜ, ਸਾਡੀ ਜ਼ਬਾਨ ਹੀ ਨਹੀਂ ਆਗਿਆ ਦਿੰਦੀ। ਉਹ ਤਾਂ ਕਹਿੰਦਾ ਕਿ ਸੋ ਕੋ ਮੰਦਾ ਆਖੀ ਜਿੱਤ ਜਮੇ ਰਾਜ਼ਾਨ, ਤੇ ਇਹ ਏਡੀ ਵੱਡੀ ਗੱਲ ਕਹਿ ਰਿਹਾ ਤੇ ਅਜੇ ਤੱਕ ਲੱਭ ਨਹੀਂ ਰਿਹਾ। ਸੋਸ਼ਲ ਨੈਟਵਰਕ ਮੀਡੀਆ ਤੇ ਇੱਕ ਗਰੁੱਪ ਦੇ ਵਿੱਚ ਚੈਟ ਹੈ ਤੇ ਉਹ ਛਾਇਆ ਹੋ ਰਹੀ ਹੈ। ਬੰਦਾ ਪਿੱਛੇ ਵੀ ਉਦਣ ਜੇ ਤੇਰਾ ਬਾਪੂ ਜਿੰਦਾ ਸੁੱਤਾ ਰਹਿੰਦਾ ਤੇ ਤੇਰੇ ਵਰਗੀ, ਹੁਣ ਕੀ ਕਵਾਂ, ਮੇਰੀ ਤੇ ਜ਼ਬਾਨ ਆਗਿਆ ਨਹੀਂ ਦਿੰਦੀ। ਲਾਂਤੀ ਕਰਦਾਰ ਪੈਦਾ ਹੀ ਨਾ ਹੁੰਦਾ ਇਸ ਸੰਸਾਰ ਤੇ। ਕੋਈ ਵੀ ਜਿਹਨੇ ਡਬਿੰਗ ਕੀਤੀ ਹੈ ਜਾਂ ਜਿਹਨੇ ਵੀ ਇਹ ਸ਼ਰਾਰਤ ਕੀਤੀ, ਉਹ ਵੀ ਜਿਹਨੇ ਲਫ਼ਜ਼ ਵਰਤਿਆ ਵਾ, ਚਾਹੇ ਕਿਸੇ ਨੇ ਵਰਤਿਆ, ਕੋਈ ਵੀ, ਚਾਹੇ ਉਹ ਅਨਿਲ ਅਰੋੜਾ ਨਹੀਂ ਵੀ ਹੈ। ਕੀ ਕਹਿਣਾ ਚਾਹੋਗੇ? 1 ਲੱਖ ਰੁਪਇਆ ਇਨਾਮ ਰੱਖਿਆ ਜੀ ਅਨਿਲ ਅਰੋੜਾ ਤੇ ਪੁਲਿਸ ਨੇ। ਦੇਖੋ, ਪ੍ਰੋਟੈਸਟ ਹੋਇਆ ਸੀਗਾ, ਸ਼ਾਇਦ ਪ੍ਰੋਟੈਸਟ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਬਾਅਬਾਜ਼ੀ ਸੀਗੀ ਇਹਨਾਂ ਤੇ, ਤਾਂ ਇਹਨਾਂ ਨੇ ਫੌਰੀ ਤੌਰ ਤੇ 1 ਲੱਖ ਰੁਪਇਆ ਰਿਵਾਰਡ ਜਿਹੜਾ ਆ ਉਹ ਐਲਾਨਿਆ ਅਨਿਲ ਅਰੋੜਾ ਤੇ। ਤਾਂ ਹੁਣ ਸਾਰਾ ਕੁਛ ਤੁਸੀਂ ਸਮਝਾ ਦਿੱਤਾ, ਸਾਰੀ ਕੋਈ ਗੱਲ ਦੱਸ ਦਿੱਤੀ ਆ। ਤੇ ਉਹਦੇ ਵਿੱਚ ਇਹੋ ਹੀ ਆ ਕਿ ਉਹ ਇੱਕ ਵਾਰੀ ਤੇ ਇੱਕ ਲਾਈਵ ਦੇ ਵਿੱਚ ਅਨਿਲ ਅਰੋੜਾ ਇਹ ਗੱਲ ਕਹਿ ਰਿਹਾ ਵਾ ਕਿ ਮੈਂ ਖੁਦ ਸ਼ਿਕਾਇਤ ਦੇ ਕੇ ਆਇਆ ਵਾ ਪੁਲਿਸ ਦੇ ਕੋਲ, ਖੁਦ ਸ਼ਿਕਾਇਤ ਦੇ ਕੇ ਆਇਆ ਵਾ ਕਿ ਆਵਾਜ਼ ਦਾ ਮਿਲਾਨ ਕੀਤਾ ਜਾਵੇ ਵਗੈਰਾ ਵਗੈਰਾ। ਇਹਦਾ ਮਤਲਬ ਇਹ ਕਿ ਉਹ ਕੁਛ ਸਮਾਂ ਉੱਥੇ ਹੀ ਰਿਹਾ, ਸ਼ਾਇਦ ਕੁਛ ਸਮਾਂ, ਜਾਂ ਹੋ ਸਕਦਾ ਉਹਨੇ ਈਮੇਲ ਕੀਤੀ ਹੋਵੇ ਆਪਣੀ ਸ਼ਿਕਾਇਤ ਜੋ ਵੀ ਹੈ, ਆਪਣੀ ਜੋ ਮੰਗ ਹੈ, ਹੋ ਸਕਦਾ ਉਹਨੇ ਈਮੇਲ ਕੀਤੀ ਹੋਵੇ। ਪਰ ਗੱਲ ਇਹ ਆ ਕਿ ਉਹ ਲਾਈਵ ਜਦੋਂ ਹੋ ਰਿਹਾ ਸੀਗਾ, ਉਹ ਮੈਂ ਲਾਈਵ ਦੇਖਿਆ ਵਾ, ਗੱਡੀ ਦੇ ਵਿੱਚ ਲਾਈਵ ਹੋ ਰਿਹਾ ਸੀਗਾ। ਤਾਂ ਲਾਈਵ ਹੋਣ ਦਾ ਮਤਲਬ ਕੀ ਹੈ ਕਿ ਹੋ ਸਕਦਾ ਆ ਕਿ ਉਸ ਸਮੇਂ ਉਹਦਾ ਇੰਟਰਨੈਟ ਜਾਂ ਫੋਨ ਚੱਲਦਾ ਹੋਵੇ। ਤਾਂ ਵੱਡੀ ਗੱਲ ਇਹ ਹੈ ਕਿ ਜੇ ਪੁਲਿਸ ਨੇ ਬੰਦਾ ਲੱਭਣਾ ਹੋਵੇ ਤਾਂ ਅੱਜ ਦੇ ਦੌਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬੰਦਾ ਟਰੈਕ ਕਰਨਾ ਕੋਈ ਔਖਾ ਕੰਮ ਹੈ। ਜੀ 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 ਜੀ। ਔਰ ਪੁਲਿਸ ਨੂੰ ਜਦੇ ਹੀ ਹਰਕਤ 'ਚ ਆਉਣਾ ਚਾਹੀਦਾ ਸੀਗਾ, ਜਦੇ ਹਰਕਤ ਦੇ ਵਿੱਚ ਆਉਣਾ ਚਾਹੀਦਾ ਸੀ। ਔਰ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਿਹੜੀ ਉਹ ਆਡੀਓ ਚੱਲੀ, ਮੈਨੂੰ ਉਹ ਵੀ ਪਤਾ ਹੈ ਕਿ ਕਿਹਨੇ ਚਲਾਈ ਸਭ ਤੋਂ ਪਹਿਲਾਂ। ਤਾਂ ਉਸ ਮੀਡੀਆ ਅਦਾਰੇ ਦਾ ਵੀ ਫਰਜ਼ ਬਣਦਾ ਸੀਗਾ ਕਿ ਉਹ ਆਡੀਓ ਨਾਲ ਦੀ ਨਾਲ ਹੀ ਪੁਲਿਸ ਕਮਿਸ਼ਨਰੇਟ ਨੂੰ ਭੇਜ ਦਿੰਦਾ। ਬਿਲਕੁਲ ਬਿਲਕੁਲ, ਕਿ ਲਓ ਭਾਈ ਆਹ ਆਡੀਓ ਸਾਡੇ ਕੋਲ ਆਈ ਹੈ, ਤਾਂ ਇਹ ਹੁਣ ਤੁਸੀਂ ਦੇਖ ਲਓ ਵੀ ਜਿਹੜਾ ਬੰਦਾ ਕਹਿ ਰਿਹਾ ਵਾ ਉਹਦਾ ਨਾਂ ਲੈ ਕੇ ਹੀ ਦੂਜਾ ਸਾਥੀ ਉਹਨੂੰ ਕਹਿ ਰਿਹਾ ਕਿ ਨਾ ਹੁਣ ਤੁਹਾਡੀ ਵਾਰੀ ਹੈ, ਤਾਂ ਤੁਸੀਂ ਇਹਨੂੰ ਵੈਰੀਫਾਈਡ ਕਰਕੇ ਭਾਈ ਮਾਮਲਾ ਦਰਜ ਕਰਕੇ ਨਾਲ ਦੀ ਨਾਲ ਕਰੋ। ਬਿਲਕੁਲ ਬਿਲਕੁਲ। ਤਾਂ ਇਹ ਮੈਨੂੰ ਨਹੀਂ ਪਤਾ ਉਸ ਅਦਾਰੇ ਨੇ ਐਸੀ ਗੱਲ ਕੀਤੀ, ਕਿਉਂਕਿ ਲੋਕਾਂ ਦੇ ਵਿੱਚ ਉਸ ਅਦਾਰੇ ਦੀ ਪਹੁੰਚ ਜਿਹੜੀ ਡਿਜੀਟਲ ਵਰਸ਼ਨ ਦੇ ਰੂਪ ਦੇ ਵਿੱਚ ਆ ਉਹ ਇੰਨੀ ਜ਼ਿਆਦਾ ਨਹੀਂ ਹੈ। ਸੋ ਇਸ ਕਰਕੇ ਕੁਛ ਸਮਾਂ ਲੱਗਿਆ
ਉਸ ਚੀਜ਼ ਨੂੰ ਕੁਝ ਸਮਾਂ ਲੱਗਿਆ ਜਦੋਂ ਲੋਕਾਂ ਦੇ ਵਿੱਚ ਆਈ ਹੈ, ਕਿਉਂਕਿ ਮੈਂ ਉਸ ਆਡੀਓ ਨੂੰ ਅੱਜ ਤੋਂ ਤਕਰੀਬਨ ਹਿਸਾਬ ਲਾ ਲਓ ਕਿ 8-10 ਦਿਨ ਪਹਿਲਾਂ ਸੁਣਿਆ ਸੀ ਜੀ। ਹਾਂਜੀ ਹਾਂਜੀ, ਹਫਤਾ ਤੋਂ ਹੋਈ ਗਿਆ। ਮੈਂ ਤਾਂ ਕਦੇ ਬਿਆਨ ਵੀ ਨਹੀਂ ਕਰ ਸਕਿਆ ਜੀ, ਹਫਤਾ ਹੋ ਗਿਆ। ਸਾਡੀ ਤਾਂ ਜ਼ੁਬਾਨ ਨਹੀਂ ਆਗਾ ਦਿੰਦੀ ਨਾ ਜੀ, ਸਾਡੀ ਹਿੰਮਤ ਪੈਂਦੀ ਨਹੀਂ। ਪਰ ਹੁਣ ਕੀ ਕਰੀਏ ਮਿੰਟੂ ਜੀ, ਬੋਲਣਾ ਪੈਂਦਾ ਵੀ ਇਹਨੂੰ ਉਲਟਾ ਕਰਕੇ ਅਸੀਂ ਆਪਣੀ ਗੱਲ ਕਰਦੇ ਹਾਂ। ਹਰ ਇੱਕ ਬੰਦੇ ਦਾ ਨੇਚਰ ਹੁੰਦਾ। ਮੇਰਾ ਮਤਲਬ ਕਿ ਮੇਰਾ ਅਲਾਉ ਨਹੀਂ ਕੀਤਾ, ਮੇਰੀ ਹਿੰਮਤ ਨਹੀਂ ਪਈ ਕਿ ਮੈਂ ਕਿਸੇ ਵੀ ਸ਼ਬਦ ਬਿਆਨ ਕਰ ਸਕਾਂ ਜਾਂ ਲਿਖ ਸਕਾਂ, ਮੇਰੀ ਹਿੰਮਤ ਨਹੀਂ ਪਈ। ਪਰ ਗੱਲ ਇਹ ਹੈ ਕਿ ਹੌਲੀ ਉਹ ਗੱਲ ਜਦੋਂ ਥੱਲੜੇ ਪੱਧਰ ਤੇ ਆਈ, ਵਿਰੋਧ ਵਧਿਆ, ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਰੰਤ ਫੁਰੰਤ ਸ਼ਿਕਾਇਤ ਦਰਜ ਕੀਤੀ ਜਾਂਦੀ, ਉਹਨੂੰ ਉਹਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਜਾਂਦਾ, ਕਿਉਂਕਿ ਪਹਿਲਾਂ ਇਹਦੀ ਰਿਹਾਇਸ਼ ਦੇ ਅੱਗੇ ਵੀ ਇੱਕ ਪ੍ਰੋਟੈਸਟ ਹੋਇਆ ਜਿਹਦਾ ਕੋਈ ਇਹਨਾਂ ਨੋਟਿਸ ਨਹੀਂ ਲਿਆ ਗਿਆ, ਉਹਦੇ 'ਚ ਇੱਕ ਕਾਉਂਸਲਰ ਵੀ ਸ਼ਾਮਲ ਸੀਗਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਜੋ ਸਾਡੀ ਸਮਾਜਿਕ ਹਾਰਮੋਨੀ ਹੁੰਦੀ ਹੈ, ਜੋ ਸਾਡੀ ਭਾਈਚਾਰਕ ਸਾਂਝ ਹੁੰਦੀ ਹੈ, ਉਹਦੇ ਵਾਸਤੇ ਵੀ ਇਹ ਲੋਕ ਖਤਰਨਾਕ ਨੇ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ, ਇਹ ਗੱਲ ਮੇਰੀ ਨੋਟ ਕਰ ਲਿਓ, ਕਾਗਜ਼ ਤੇ ਲਿਖ ਲਿਓ, ਮੈਂ ਹੋਵਾਂ ਜਾਂ ਨਾ ਹੋਵਾਂ, ਮੇਰੀ ਗੱਲ ਰਹੇਗੀ ਕਿ ਦੇਖੋ ਜਿਹੜਾ ਭਾਜਪਾ ਦਾ ਇੱਥੇ ਪਲਾਨ ਹੈ ਪੰਜਾਬ ਦੇ ਵਿੱਚ, ਉਹ 22 ਹੈ ਹੀ ਨਹੀਂ ਹੈ, 22 ਹੈ ਹੀ ਨਹੀਂ ਹੈ, ਉਹ 27 ਹੈ। ਔਰ 27 ਵਾਸਤੇ ਜਿਹੜਾ ਮਾਰਗ ਬਣੇਗਾ, ਜਿਹੜਾ ਰਸਤਾ ਬਣੇਗਾ, ਉਹ ਇਹਨਾਂ ਚੀਜ਼ਾਂ ਤੋਂ ਹੋ ਕੇ ਗੁਜ਼ਰੇਗਾ। ਆ ਜਿਹੜੀ ਕਮਿਊਨਿਟੀ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੁੰਦੀ ਹੈ, ਇਹਨੂੰ ਤੋੜ ਕੇ ਬਣੇਗਾ। ਮੇਰੀ ਗੱਲ ਨੋਟ ਕਰ ਲਿਓ ਕਿ ਜਦ ਵੀ ਭਾਜਪਾ ਪੰਜਾਬ ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਉਹ ਚਾਹੁੰਦੀ ਹੈ, ਜੇਕਰ ਉਹ ਸੱਤਾ ਤੱਕ ਪਹੁੰਚਦੀ ਹੈ ਜਾਂ ਹਿੱਸੇਦਾਰੀ ਤੱਕ ਪਹੁੰਚਦੀ ਹੈ, ਸੱਤਾ ਦੀ ਹਿੱਸੇਦਾਰੀ ਤੱਕ, ਤਾਂ ਆਹੀ ਚੀਜ਼ਾਂ ਹੋਣਗੀਆਂ, ਕਿਉਂਕਿ ਅਸੀਂ ਲੰਬੇ ਸਮੇਂ ਤੋਂ ਇਹੋ ਜਿਹੇ ਸ਼ਖਸਾਂ ਨੂੰ ਫੋਲੋ ਕਰ ਰਹੇ ਹਾਂ। ਔਰ ਇਹ ਚੈਟ ਇੱਕ ਕੱਲੀ ਚੈਟ ਨਹੀਂ ਹੈ ਜੀ, ਬਹੁਤ ਕੁਝ ਹੋਰ ਵੀ ਹੈ। ਇਸ ਤਰ੍ਹਾਂ ਦੀ ਚੈਟ ਵਾਇਰਲ ਹੋਈ ਸੀਗੀ ਪਹਿਲਾਂ, ਉਹਦੇ ਵਿੱਚ ਇੱਕ ਬੰਦਾ ਉਹ ਵੀ ਹੈ ਜਿਹੜਾ ਕਲੇਮ ਕਰਦਾ ਕਿ ਮੈਂ ਪੀਐਮਓ ਆਫਿਸ ਚੋਂ ਆ। ਐਸੀਆਂ ਗੱਲਾਂ ਉਹਨੇ ਖਤਰਨਾਕ ਕਹੀਆਂ ਕਿ ਯੂਪੀ ਦਾ ਇਲੈਕਸ਼ਨ ਲੰਘ ਲੈਣ ਦਿਓ, ਕਿਸਾਨ ਵੀ ਭਜਾਵਾਂਗੇ, ਖਾਲਿਸਤਾਨੀ ਵੀ ਕੁੱਟ ਕੇ ਦੂਰੇ ਕਰਾਂਗੇ। ਸਾਡੇ ਕੋਲ ਬਹੁਤ ਵੱਡੀਆਂ ਯੋਜਨਾਵਾਂ ਨੇ, ਉਹ ਵੀ ਹੋਈ ਹੈ, ਉਹ ਵੀ ਵਾਇਰਲ ਹੋਈ ਹੈ ਇਸੇ ਹੀ ਕਲੱਬ ਹਾਊਸ। ਮੈਨੂੰ ਤੇ ਨਾਂ ਨਹੀਂ ਪਤਾ ਕਲੱਬ ਹਾਊਸ ਜੋ ਚੈਟ ਕਰਦੇ, ਕੋਈ ਨਵੀਂ ਆਈ ਐਪ, ਤਾਂ ਉਹਦੇ ਵਿੱਚ ਉਹ ਵੀ ਕਥਿਤ ਆਡੀਓ ਵਾਇਰਲ ਹੋਈ ਹੈ। ਮੈਂ ਉਹ ਵੀ ਸੁਣੀ, ਮੁੜ ਕੇ ਇਹ ਵੀ ਸੁਣੀ। ਮਤਲਬ ਕਿ ਤੁਸੀਂ ਦੇਖੋ ਕਿ ਹੇਠਲੇ ਪੱਧਰ ਤੇ ਜਾਂ ਕਹਿ ਲਓ ਕਿ ਪਰਦੇ ਦੇ ਪਿੱਛੇ ਕਿਸ ਤਰ੍ਹਾਂ ਇੱਕ ਸਾਰੀ ਰਣਨੀਤੀ ਉਹ ਲਿਖੀ ਜਾਂਦੀ ਆ। ਡਿਸਕਸ਼ਨਸ ਹੋ ਰਹੀਆਂ ਨੇ, ਡਿਬੇਟਸ ਹੋ ਰਹੇ ਉਹਨਾਂ ਦੇ ਆਪਸ ਦੇ ਵਿੱਚ, ਫਿਰ ਜੋ ਚੀਜ਼ਾਂ ਪਲਾਨ ਆਊਟ ਕੀਤੀਆਂ ਨੇ ਉਹ ਦੱਸੀਆਂ ਜਾ ਰਹੀਆਂ, ਜੋ ਪਲਾਨ ਬਣਾਏ ਨੇ ਉਹ ਚੀਜ਼ਾਂ ਦੱਸੀਆਂ ਜਾ ਰਹੀਆਂ ਆਪਸ ਦੇ ਵਿੱਚ। ਤਾਂ ਇਹ ਕਾਫੀ ਲੰਬੀ ਚੌੜੀ ਆ, ਡਾਟਾ ਮੇਰੇ ਖਿਆਲ ਨਾਲ ਕਾਫੀ ਹੈ ਜੀ। 1.5 ਘੰਟੇ ਦੀ ਇੱਕ ਸੀਗੀ, ਕੁਛ ਘੰਟੇ ਦੀ ਇੱਕ ਸੀ, ਮੈਂ 2-3 ਸੁਣੀਆਂ ਨੇ ਕਿ ਉਹਦਾ ਵੀ ਨੋਟਿਸ ਲੈਣਾ ਬਣਦਾ ਕਿ ਪੀਐਮਓ ਦੇ ਦਫ਼ਤਰ ਵਾਲਾ ਬੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ, ਫਿਰਕੂਪ੍ਰਸਤੀ ਵਾਲੀਆਂ, ਕਿ ਦੱਸ ਰਿਹਾ ਕਿ ਹਿੰਦੂ ਰਾਸ਼ਟਰ ਵੀ ਐਲਾਨ ਦੇਣਾ ਵਗੈਰਾ ਬਹੁਤ ਗੱਲਾਂ ਨੇ। ਉਹ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਡੀਓ ਪਤਾ ਨਹੀਂ ਅਸਲੀ ਹੈ ਕਿ ਨਕਲੀ ਹੈ, ਮੈਂ ਪੁਸ਼ਟੀ ਨਹੀਂ ਕਰ ਸਕਦਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਭਾਜਪਾ ਸੱਤਾ ਤੱਕ ਪਹੁੰਚੇਗੀ ਤਾਂ ਉਹਦੇ ਵਿੱਚ ਬਹੁਤ ਵੱਡੇ ਰੌਲੇ ਪੈਣਗੇ ਤੇ ਉਹਦੇ ਚ ਲੋਕਾਂ ਨੂੰ ਸਿਆਣੇ ਬਣਨ ਦੀ ਜ਼ਰੂਰਤ ਹੈ, ਕਿਉਂਕਿ ਕੁਛ ਕੁ ਉੱਧਰ ਤੇ ਕੁਛ ਕੁ ਇੱਧਰ, ਇਹ ਅੱਗ ਲਾਉ ਟੋਲੇ ਰਹਿੰਦੇ ਹੀ ਰਹਿੰਦੇ। ਬਿਲਕੁਲ। ਇਹ ਆ ਕਿ ਜਦੋਂ ਤੁਸੀਂ ਕਿਸੇ ਦੇ ਪਿੱਠ ਤੇ ਹਾਰ ਤੇ, ਜਦੋਂ ਕਿਸੇ ਦੀਆਂ ਮਾਨਤਾਵਾਂ ਤੇ ਵਾਰ ਕਰੋਗੇ, ਅਗਲੇ ਵਾਸਤੇ ਰਸਤਾ ਤੁਸੀਂ ਬਹੁਤ ਸੌਖਿਆ ਤੈਅ ਕਰ ਦੇਣਾ ਕਿ ਇਹ ਪੱਧਰਾ ਤੁਹਾਡੇ ਵਾਸਤੇ। ਬਿਲਕੁਲ 100% ਮਿੰਦੂ ਜੀ, ਬਹੁਤ ਵੱਡਾ ਤੁਸੀਂ ਲਿੰਕ ਜੋੜਿਆ। ਬਹੁਤ ਸਾਰੀਆਂ ਗੱਲਾਂ ਬਾਤਾਂ ਇਹੋ ਜਿਹੀਆਂ ਸੁਣਨ ਵੇਖਣ ਨੂੰ ਮਿਲਦੀਆਂ ਨੇ। ਔਰ ਹੁਣ ਕੱਲ ਜਿਹੜੀ ਅਮਰੀਕਾ ਦੇ ਵਿੱਚ ਰਿਪੋਰਟ ਛਪੀ ਆ, ਉਹ ਇਸੇ ਦੇ ਆਧਾਰ ਦੇ ਉੱਤੇ ਹੀ ਆ ਕਿ ਚਲੋ ਅਜੇ ਇਹ ਜ਼ਿਕਰ ਨਹੀਂ ਕੀਤਾ ਉਹਨਾਂ ਨੇ, ਇੱਕ ਭਾਈਚਾਰਾ ਜਿਹੜਾ ਮੁਸਲਮਾਨ ਭਾਈਚਾਰਾ ਉਹਨੂੰ ਟਾਰਗੇਟ ਕੀਤਾ ਜਾ ਰਿਹਾ, ਉਹਦੀ ਗੱਲ ਕੀਤੀ ਹੈ। ਪਰ ਜਿਹੜੀ ਚੀਜ਼ ਹੈ ਇਹ ਵੀ ਕਿਹੜੀ ਮਤਲਬ ਕਾਬਲੇ ਬਰਦਾਸ਼ਤ ਹੈ। ਇਹ ਬਹੁਤ ਵੱਡਾ ਕਿਸੇ ਨੇ ਜਿੰਨੇ ਵੀ ਜੋ ਵੀ ਲਫ਼ਜ਼ ਵਰਤਿਆ ਹੈ, ਮੈਂ ਹੁਣ ਬਾਰ-ਬਾਰ ਰਿਪੀਟ ਨਾ ਕਰਾਂ, ਆਪਾਂ ਗੱਲ ਕੱਲ ਵੀ ਕੀਤੀ ਸੀ ਕਿ ਇਹਨੂੰ ਉਲਟਾ ਕਰਕੇ ਮੈਂ ਦੱਸਿਆ। ਪਰ ਗੱਲ ਹੈ ਕਿ ਖਿੰਡੀ ਹੋਈ ਕੌਮ ਜਿਹੜੀ ਆ ਨਾ, ਉਹਦਾ ਕੋਈ ਵਾਰਸ ਨਹੀਂ ਹੁੰਦਾ। ਉਹ ਲੀਡਰਾਂ ਨੇ ਕੌਮ ਨੂੰ ਗਹਿਣੇ ਪਾਇਆ ਹੋਇਆ। ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਸੋ ਕਾਲ ਨੇ, ਚਿਹਰੇ ਬੜੇ ਹੋਰ ਤਰ੍ਹਾਂ ਦੇ, ਅੰਦਰੋਂ ਕੁਝ ਹੋਰ ਨੇ। ਖੈਰ, ਵੌਇਸ ਆਫ ਸਿਟੀ 1320 AM 905 813 1320। ਅਸੀਂ ਤਾਂ ਸਾਰਿਆਂ ਦੀ ਸਾਂਝੀ ਗੱਲ ਕਰਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਇਹੋ ਜਿਹੀਆਂ ਜਿਹੜੀਆਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ, ਘੜੀਸਣਾ ਚਾਹੀਦਾ। ਤਾਂ ਉਮਰ ਵਾਸਤੇ ਇਹਨਾਂ ਨੂੰ ਅੰਦਰ, ਵੀ ਤੁਹਾਡਾ ਬਾਹਰ ਕੋਈ ਕੰਮ ਨਹੀਂ, ਖਤਰਨਾਕ ਤੁਸੀਂ
ਭੇੜੀਓ। ਅਗਲਾ ਕੁਐਸਚਨ ਹੈ ਕਿ ਭਾਜਪਾ ਦੀ ਇੱਕ ਬੁਲਾਰਨ ਹੈ, ਉਹ ਬੋਲੀ ਹੈ ਕਿ ਭਾਰਤ ਨੂੰ ਨਹੀਂ ਮਿਲੀ ਆਜ਼ਾਦੀ, ਲੀਜ ਤੇ ਹੈ ਕੰਮ। ਵਾਓ, ਅਸੀਂ ਤਾਂ ਹਰ ਸਾਲ 15 ਅਗਸਤ ਨੂੰ ਆਜ਼ਾਦੀ ਮਨਾਉਂਦੇ ਹਾਂ, ਝੰਡੇ ਚਲਾਏ ਜਾਂਦੇ ਨੇ, ਪਰੇਡਾਂ ਹੁੰਦੀਆਂ ਨੇ, ਤੇ ਇਹ ਬੁਲਾਰਨ ਬੋਲੀ ਹੈ ਕਿ ਭਾਰਤ ਨੂੰ ਆਜ਼ਾਦੀ ਨਹੀਂ ਮਿਲੀ, ਅਸੀਂ ਲੀਜ ਤੇ ਹੈ ਕੰਮ। ਇਹ ਪਹਿਲਾਂ ਵੀ ਘੁਸਰ ਮੁਸਰ ਹੁੰਦੀ ਰਹੀ ਹੈ, ਕੀ ਕਹਿਣਾ ਚਾਹੋਗੇ? ਦੇਖੋ, ਜੋ ਬੁਲਾਰਨ ਬੋਲੀ ਆ ਇੱਕ ਡਿਬੇਟ ਦੇ ਵਿੱਚ ਬੋਲੀ ਆ, ਤੇ ਉਹਦੇ ਸਾਹਮਣੇ ਪੱਤਰਕਾਰ ਵੀ ਬਹੁਤ ਇੰਟੈਲੀਜੈਂਟ ਬੈਠਾ ਸੀਗਾ, ਜਿਹਨੂੰ ਮੈਂ ਇੰਟੈਲੀਜੈਂਟ ਪੱਤਰਕਾਰ ਮੰਨਦਾ ਨੌਜਵਾਨਾਂ 'ਚ, ਤੇ ਉਹਨੇ ਕਾਫੀ ਇਸ ਗੱਲ ਦਾ ਨੋਟਿਸ ਵੀ ਲਿਆ। 3-4 ਮਿੰਟ ਦੀ ਵੀਡੀਓ ਵੀ ਵਾਇਰਲ ਹੈ ਉਸ ਡਿਬੇਟ ਦੀ। ਬੜੇ ਕੌਨਫੀਡੈਂਸ ਦੇ ਨਾਲ ਕਹਿ ਰਹੀ ਹੈ ਵੀ ਕਿ ਇਹ ਸਭ ਕੁਝ ਛਲ ਸੀਗਾ, ਇਹ 99 ਸਾਲ ਦੀ ਜਿਹੜੀ ਲੀਜ਼ ਤੇ ਮਿਲੀ ਆਜ਼ਾਦੀ ਵਗੈਰਾ ਵਗੈਰਾ, ਉਹਨੇ ਗੱਲਾਂ ਸਾਰੀਆਂ ਕਹੀਆਂ। ਦੇਖੋ, ਇਸ ਕਹਾਣੀ ਦੇ ਦੋ ਸੱਚ ਨੇ ਜੀ। ਇੱਕ ਤੇ ਇਹ ਆ ਕਿ ਤਥਾਤਮਕ ਤੌਰ ਤੇ ਸੰਵਿਧਾਨਕ ਚੌਖਟੇ 'ਚ ਸੱਚ ਸਥਾਪਿਤ ਕਿਵੇਂ ਹੈ ਇਸ ਕਹਾਣੀ ਪਿੱਛੇ। ਦੂਸਰਾ ਹੈ ਕਿ ਇਹ ਜਿਹੜੀ ਕਹਾਣੀ ਚੱਲਦੀ ਹੈ, ਉਸ ਕਹਾਣੀ ਪਿਛਲੇ ਮੰਤਵ ਦਾ ਸੱਚ ਕੀ ਹੈ। ਦੋ ਤਰ੍ਹਾਂ ਦੇ ਸੱਚ ਨੇ, ਕਿਉਂਕਿ ਇਹ ਬਹੁਤ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਵਿਚਾਰਾਂ। ਔਰ ਮੈਂ ਕਈ ਵੀਡੀਓਜ਼ ਐਸੀਆਂ ਵੀ ਸੁਣੀਆਂ, ਕਾਫੀ ਵੱਡੇ ਇੰਟੈਲੈਕਚੁਅਲ ਸੀਗੇ, ਉਹਨਾਂ 'ਚ ਇੱਕ ਸੰਸਾਰ 'ਚ ਵੀ ਐਵੇਂ ਦਾ, ਉਹਨੇ ਵੀ ਇਹ ਗੱਲ ਜਿਹੜੀ ਆ ਆਪਣੀ ਵੀਡੀਓ ਦੇ ਵਿੱਚ ਬੜੇ ਕਹਿ ਲਓ ਕਿ ਆਤਮ ਵਿਸ਼ਵਾਸ ਦੇ ਨਾਲ ਕੀਤੀ ਸੀਗੀ। ਪਰੰਤੂ ਜੇ ਤੁਸੀਂ ਹੁਣ ਫਰੋਲੋਗੇ, ਥੋੜਾ ਟਾਈਮ ਲੱਗੇਗਾ, ਮੈਂ ਤੁਹਾਨੂੰ ਸਟੈਬਲਿਸ਼ ਕਰ ਦਿੰਦਾ ਤਾਂ ਕਿ ਕਹਾਣੀ ਕਿਤੇ ਵੀ ਗਾਂ ਤੁਰੇ ਤੁਸੀਂ ਆਪਣੇ ਹਵਾਲੇ ਦੇ ਲਿਓ ਜੀ। ਪਹਿਲੀ ਗੱਲ ਤੇ ਇਹ ਆ ਕਿ ਦੇਖੋ, ਜਿਹੜਾ ਇਹ ਬਣਾਇਆ ਜਾ ਰਿਹਾ ਹੈ ਕਿ ਇਦਾਂ ਨਹੀਂ ਵਗੈਰਾ, ਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਫੈਕਟ ਕੀ ਨੇ। ਅੱਛਾ, ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਕਿ ਇੰਡੀਅਨ ਇੰਡੀਪੈਂਡੈਂਸ ਐਕਟ ਹੈ ਜਿਹੜਾ, ਉਹ 1947 'ਚ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆ ਸੀ ਤੇ 18 ਜੁਲਾਈ 1947 ਨੂੰ ਉਹ ਪਾਸ ਹੋ ਗਿਆ ਸੀਗਾ। ਨੰਬਰ ਇੱਕ ਫੈਕਟ ਇਸ ਮਾਮਲੇ 'ਚ ਇਹ ਹੈ। ਤੇ ਨੰਬਰ ਦੂਜਾ ਇਹ ਆ ਕਿ ਜਦੋਂ ਕੈਬਨਿਟ ਮਿਸ਼ਨ ਪਲਾਨ ਦੇ ਤਹਿਤ ਭਾਰਤ ਦੇ ਨਵੇਂ ਸੰਵਿਧਾਨ ਨੂੰ ਬਣਾਉਣ ਵਾਸਤੇ ਸੰਵਿਧਾਨ ਸਭਾ ਦਾ ਨਿਰਮਾਣ ਕੀਤਾ ਗਿਆ, ਜਿਹਦਾ ਜ਼ਿਕਰ ਇਸੇ ਐਕਟ ਦੇ ਵਿੱਚ ਮਤਲਬ ਕਿ ਸੈਕਸ਼ਨ 8 'ਚ ਆ, ਤਾਂ ਇਹਦਾ ਜਿਹੜਾ ਨਵਾਂ ਡਰਾਫਟ ਸੀਗਾ ਉਹ ਗਵਰਨਰ ਜਨਰਲ ਦੀ ਸਹਿਮਤੀ ਦੇ ਨਾਲ ਹੀ ਲਿਆ ਗਿਆ ਸੀਗਾ, ਜੋ ਕਿ ਬ੍ਰਿਟਿਸ਼ ਇੱਕ ਰਿਪਰੈਜ਼ੈਂਟੇਟਿਵ ਜਿਹੜਾ ਹੁੰਦੇ ਆ, ਨੁਮਾਇੰਦੇ ਹੁੰਦੇ, ਉਹਦੇ ਤੌਰ ਤੇ ਇੱਥੇ ਮੌਜੂਦ ਸੀ ਭਾਰਤ ਦੇ ਵਿੱਚ, ਜਿਹੜਾ ਕਿਹਾ ਜਾਂਦਾ। ਹੁਣ ਮਤਲਬ ਕਿ ਹੌਲੀ ਹੌਲੀ ਚੀਜ਼ਾਂ ਤੁਹਾਡੇ ਸਮਝ 'ਚ ਆ ਜਾਣਗੀਆਂ। ਤਾਂ ਆਰਟੀਕਲ 395 ਅੱਗੇ ਜਾ ਕੇ ਆਰਟੀਕਲ 395 ਮਿਲੇਗਾ, ਜਿਹੜਾ ਕਿ ਇਸ ਗੱਲ ਦੀ ਸ਼ਾਦੀ ਭਰਦਾ ਹੈ ਕਿ ਇੰਡੀਅਨ ਇੰਡੀਪੈਂਡੈਂਸ ਐਕਟ 1947 ਵਾਲਾ ਜਿਹੜਾ ਉਹ ਵੀ ਖਤਮ, ਠੀਕ ਹੈ ਜੀ, ਉਹ ਵੀ ਖਤਮ ਹੋ ਜਾਂਦਾ ਹੈ। ਤੇ ਇਸ ਤੋਂ ਇਲਾਵਾ ਜਿਹੜਾ ਇੱਕ ਭਾਰਤ ਸਰਕਾਰ ਐਕਟ 1900 ਮੇਰੇ ਖਿਆਲ ਦੇ ਨਾਲ 35 ਵਾਲਾ, ਤੇ ਇਸ ਤੋਂ ਇਲਾਵਾ ਇੱਕ ਪ੍ਰੀਵੀ ਕਾਉਂਸਲ ਖੇਤਰ ਅਧਿਕਾਰ ਐਕਟ ਸੀਗਾ ਜਿਹੜਾ, ਉਹ ਸਾਰਿਆਂ ਨੂੰ ਰੱਦ ਕਰਦਾ ਹੈ। 395 ਆ ਰਹੀ ਗੱਲ, ਕੋਈ ਵੀ ਗੂਗਲ ਕਰ ਸਕਦਾ, ਤੁਹਾਡੇ ਕੋਲ ਸਭ ਕੁਝ ਮੌਜੂਦ ਹੈ। ਜੇ ਕੋਈ ਗਲਤ ਗੱਲ ਹੋਵੇ ਤਾਂ ਤੁਸੀਂ ਇਹਨੂੰ ਕਰੈਕਟ ਕਰ ਦੇਣਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰੀਆਂ ਪਹਿਲਾਂ ਤਾਂ ਚੀਜ਼ਾਂ ਜਿਹੜੀਆਂ ਹੋਂਦ ਦੇ ਵਿੱਚ ਆਈਆਂ, ਇੰਡੀਪੈਂਡੈਂਸ ਐਕਟ ਆਇਆ ਜਾਂ ਉਸ ਤੋਂ ਇਲਾਵਾ ਕੁਝ ਹੋਰ ਇਸ ਤਰ੍ਹਾਂ ਦੇ ਕਾਨੂੰਨ ਹੋਣ ਦੇ ਵਿੱਚ ਆਏ, ਪਰ ਅੱਗੇ ਜਾ ਕੇ ਇੰਡੀਆ ਨੇ ਉਹ ਰੱਦ ਕਰ ਦਿੱਤੇ ਸੀ। ਹੁਣ ਜਿਹੜਾ ਡੋਮੇਨੀਅਨ ਸਟੇਟ ਦਾ ਰੌਲਾ ਪੈਂਦਾ, ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ, ਜਿਹੜਾ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ 18 ਜੁਲਾਈ 1947 ਨੂੰ ਪਾਸ ਕੀਤਾ ਗਿਆ ਸੀ, ਉੱਥੇ ਆਉਂਦਾ ਮੇਕ ਪ੍ਰੋਵੀਜ਼ਨ ਫॉर द ਫਿਕਸਿੰਗ ਅਪ ਇਨ ਇੰਡੀਆ ਆਫ 2 ਇੰਡੀਪੈਂਡੈਂਟ ਡੋਮੇਨੀਅਨਸ, ਉਹਦੇ 'ਚ ਲਿਖਿਆ ਹੋਇਆ। ਸੋ ਚੈਪਟਰ 30 ਤੇ ਹੈ, ਜਾ ਕੇ ਕੋਈ ਵੀ ਸਰਚ ਕਰ ਸਕਦਾ ਉਹਦੇ ਵਿੱਚ। ਅੱਛਾ, ਹੁਣ ਇਹਦੇ 'ਚ ਅੱਗੇ ਚੱਲ ਕੇ ਜਿਹੜਾ ਮਤਲਬ ਕਿ ਇੱਕ ਹੋਰ ਤੱਥ ਤੁਹਾਡੇ ਸਾਹਮਣੇ ਆਏਗਾ, ਉਹ ਇਹ ਆ ਕਿ ਡੋਮੇਨੀਅਨ ਸਟੇਟ ਤੇ ਜ਼ਰੂਰ ਬਣਿਆ। ਡੋਮੇਨੀਅਨ ਸਟੇਟ ਜ਼ਰੂਰ, ਡੋਮੇਨੀਅਨ ਦਾ ਮਤਲਬ ਕੀ ਹੁੰਦਾ? ਕਹਿੰਦਾ ਸ਼ਾਸਕ ਕੋਈ ਹੋ ਰਿਹਾ, ਰਾਜ ਕੋਈ ਹੋ ਰਿਹਾ। ਡੋਮੇਨੀਅਨ ਸਟੇਟ ਦਾ ਮਤਲਬ ਕਿ ਸਟੇਟਸ ਪਾਕਿਸਤਾਨ ਦਾ ਵੀ ਫਿਰ ਉਹੀ ਸੀਗਾ। ਟੂ ਡੋਮੇਨੀਅਨ ਸਟੇਟ ਮੈਂ ਚੈਪਟਰ 30 ਦਾ ਤੁਹਾਨੂੰ ਪੜ੍ਹ ਕੇ ਸੁਣਾ ਦਿੱਤਾ ਤੁਹਾਡੇ ਜਿਹੜਾ। ਅੱਛਾ, ਉਹਦੇ ਵਿੱਚ ਚੱਕਰ ਕੀ ਸੀਗਾ ਡੋਮੇਨੀਅਨ ਸਟੇਟ ਵਾਲਾ ਕਿ 14 ਅਗਸਤ 1947 ਤੱਕ ਭਾਰਤ ਤੇ ਇੰਗਲੈਂਡ ਦਾ ਸ਼ਾਸਨ ਸੀਗਾ, ਠੀਕ ਹੈ ਜੀ। ਅੱਧੀ ਰਾਤ ਤੋਂ ਬਾਅਦ ਭਾਰਤ ਇੰਗਲੈਂਡ ਦਾ ਬਣ ਗਿਆ ਡੋਮੇਨੀਅਨ, ਅੱਧਾ ਰਾਜ ਬਣ ਗਿਆ ਜੀ, ਠੀਕ ਹੈ ਜੀ।
ਹੁਣ ਗੱਲ ਇਹ ਸੀਗਾ ਕਿ ਭਾਰਤ ਦੇ ਕੋਲ ਤਾਂ ਆਪਦਾ ਸੰਵਿਧਾਨ ਹੈ ਹੀ ਨਹੀਂ ਸੀ। ਹੁਣ ਚੀਜ਼ਾਂ ਕਿਸ ਦੇ ਤਹਿਤ ਅੱਗੇ ਵਧਣ ਗਈਆਂ, ਕਿਉਂਕਿ ਸੰਵਿਧਾਨ ਤਾਂ ਜਿਹੜਾ ਹੈ ਨਾ ਉਹ ਤਾਂ 3 ਸਾਲ ਲੱਗ ਗਏ ਲਾਗੂ ਹੁੰਦੇ ਆਉਂਦੇ ਆ। ਤਾਂ ਉਹਦੇ ਵਿੱਚ ਕੀ ਸੀਗਾ ਕਿ ਜੋ ਵੀ ਸਲਾਹ ਮਸ਼ਵਰਾ ਲੈਣਾ ਸੀ ਇਹਨਾਂ ਨੇ ਇੰਗਲੈਂਡ ਤੋਂ ਲੈਣਾ ਸੀਗਾ। ਇਹ ਕੰਮ ਇਸੇ ਤਰ੍ਹਾਂ ਚੱਲਿਆ ਕਿਉਂਕਿ ਭਾਰਤ ਦੇ ਵਿੱਚ ਉਦੋਂ ਤੱਕ ਜਿਹੜਾ 1935 ਵਾਲਾ ਕਾਨੂੰਨ ਸੀ ਉਹੀ ਚੱਲਿਆ ਆ ਰਿਹਾ ਸੀਗਾ। ਬਿਲਕੁਲ। ਤੇ ਹਾਂ ਥੋੜਾ 1940 ਦੇ ਵਿੱਚ ਥੋੜਾ ਇਹਦੇ ਚ ਬਦਲਾਅ ਹੁੰਦਾ। ਤਾਂ ਜਿਹੜਾ ਰਾਜ ਗੋਪਾਲਚਾਰੀ ਦਾ ਮਸਲਾ ਹੈ ਨਾ, ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹਨੇ ਸਹੁੰ ਜਿਹੜੀ ਆ ਉਹ ਕਿੰਗ ਜਾਰਜ ਦੇ ਨਾਂ ਦੀ ਚੱਕੀ ਸੀਗੀ, ਸੱਚ ਹੈ ਇਹ ਬਿਲਕੁਲ, ਇਹ ਹਕੀਕਤ ਆ। ਕਿਉਂਕਿ ਰੌਲਾ ਇਹ ਸੀਗਾ ਕਿ ਉਸ ਟਾਈਮ ਤੱਕ ਜਿਹੜਾ ਕਿੰਗ ਜਾਰਜ ਸੀਗਾ ਉਹ ਭਾਰਤ ਦਾ, ਜਿਵੇਂ ਹਿੰਦੀ ਚ ਆਪਾਂ ਕਹਿ ਦਿੰਦੇ ਆ, ਰਾਸ਼ਟਰ ਅਧਿਆਕਸ਼, ਸਟੇਟ ਪ੍ਰੈਜ਼ੀਡੈਂਟ ਸੀਗਾ। ਤਾਂ ਜਿਹੜਾ ਰਾਜ ਗੋਪਾਲਚਾਰੀ ਸੀਗਾ ਉਹ ਕੌਣ ਅਹੁਦਾ ਬਣਿਆ ਉਹਦੇ ਲਈ ਅਹੁਦਾ ਬਣਿਆ ਸੀ ਮੇਰੇ ਖਿਆਲ ਦੇ ਨਾਲ ਗਵਰਨਰ ਜਨਰਲ। ਗਵਰਨਰ ਜਨਰਲ ਤਾਂ ਗਵਰਨਰ ਜਨਰਲ ਹੁਣ ਕੀ ਦਿਖਾ ਚੁੱਕੂਗਾ, ਕਿਉਂਕਿ ਇੰਗਲੈਂਡ ਦੇ ਸਿਸਟਮ ਦੇ ਮੁਤਾਬਕ ਹੀ ਉਹਨੂੰ ਉੱਥੇ ਲਾਇਆ ਗਿਆ। ਤਾਂ ਜ਼ਾਰਾ ਜੀ ਗੱਲ ਹੈ ਕਿ ਉਹ ਸਭ ਉਹਦੇ ਖੀ ਸਕੇਗਾ। ਸੋ ਬਾਅਦ ਦੇ ਵਿੱਚ ਜਦੋਂ ਆਪ ਦਾ ਸੰਵਿਧਾਨ ਲਾਗੂ ਹੋ ਗਿਆ, ਇਹ ਸਾਰੀਆਂ ਜਿਹੜੀਆਂ ਪ੍ਰੋਵੀਜ਼ਨਸ ਸੀਗੀਆਂ ਉਹ ਰੱਦ ਹੋ ਜਾਂਦੀਆਂ ਤੇ ਇੰਡੀਆ ਇੱਕ ਆਜ਼ਾਦ ਦੇਸ਼, ਰਿਪਬਲਿਕ ਜਿਹਨੂੰ ਆਪਾਂ ਕਹਿੰਦੇ ਨੇ, ਰਿਪਬਲਿਕ ਆਫ ਇੰਡੀਆ, ਉਹ ਬਣ ਜਾਂਦਾ ਹੈ। ਸੋ ਇਸ ਕਹਾਣੀ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰਨ ਦੇ ਪਿਛਲਾ ਸੱਚ ਇਹ ਹੈ ਕਿ ਇਹ ਜਿਹੜੀਆਂ ਕੋਸ਼ਿਸ਼ਾਂ ਦਹਾਕਿਆਂ ਤੋਂ ਹੋ ਰਹੀਆਂ ਨੇ, ਕੁਝ ਦਹਾਕਿਆਂ ਤੋਂ, ਉਹਦੇ ਪਿੱਛੇ ਏਜੰਡਾ ਇਹ ਆ ਕਿ ਇੱਕ ਤਾਂ ਨਹਿਰੂ ਤੇ ਗਾਂਧੀ ਇਹਨਾਂ ਸਾਰਿਆਂ ਨੂੰ ਖਲਨਾਇਕ ਬਣਾ ਦਿਓ। ਉਹ ਤਾਂ ਕੁਛ ਹੱਦ ਤੱਕ ਕਾਮਯਾਬ ਵੀ ਹੋਏਗਾ। ਅਸੀਂ ਵੀ ਉਲਝ ਜਾਂਦੇ ਹਾਂ ਕਈ ਵਾਰ ਉਹਨਾਂ ਦੀ ਗੇਮ ਦੇ ਵਿੱਚ। ਦੂਜੀ ਚੀਜ਼ ਇਹ ਆ ਕਿ ਇਹ ਕਹਿ ਦਿਓ ਕਿ ਇਹ ਜਿਹੜਾ ਸੰਵਿਧਾਨ ਜਾਂ ਜਿਹੜੀ ਆਜ਼ਾਦੀ ਮਿਲੀ ਆ ਇਹ ਬਿਲਕੁਲ ਮਤਲਬ ਕਿ ਇਹ ਤੇ ਨਕਲੀ ਆ, ਆਪਾਂ ਅਸਲੀ ਲਿਆਵਾਂਗੇ ਆਪਣਾ ਸੰਵਿਧਾਨ ਬਣਾ ਕੇ। ਇਹਦਾ ਮਤਲਬ ਸੰਵਿਧਾਨ ਬਣਾਉਂਗੇ ਬਸ ਉੱਥੇ। ਇਹਦਾ ਮਤਲਬ ਪਾਕਿਸਤਾਨ ਤੇ ਵਿੱਚੋਂ ਨਿਕਲਿਆ ਬੰਗਲਾਦੇਸ਼, ਉਹ ਵੀ ਫਿਰ ਇਸੇ ਹੀ ਡੋਮੇਨੀਅਨ ਸਟੇਟ ਦਾ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਸਟੇਟਸ ਸੀਗਾ ਨਾ, ਡੋਮੇਨੀਅਨ ਸਟੇਟਸ ਦਾ, ਡੋਮੇਨੀਅਨ ਸਟੇਟ ਦਾ ਸਟੇਟਸ ਸੀਗਾ ਜਿਹੜਾ ਕਿ ਜਦੋਂ ਹੀ ਉਹਨਾਂ ਦੇ ਸੰਵਿਧਾਨ ਲਾਗੂ ਹੋਇਆ ਖਤਮ ਹੋ ਗਿਆ। ਬਿਲਕੁਲ। ਮੈਂ ਆਰਟੀਕਲ 395 ਦਾ ਜ਼ਿਕਰ ਕਰ ਰਿਹਾ ਨਾ। ਬਿਲਕੁਲ। ਇੱਕ ਝੂਠ ਹੋਰ ਇਹਨਾਂ ਦਾ, ਇੱਕ ਝੂਠ ਹੋਰ ਦੇਖੋ, ਇਹਨਾਂ ਨੇ ਇੱਕ ਝੂਠ ਹੋਰ ਚਲਾਇਆ ਸੀਗਾ ਕਿ ਦੇਖੋ ਫਿਰ ਬ੍ਰਿਟਿਸ਼ ਮਹਾਰਾਣੀ ਜਿਹੜੀ ਵੀਜ਼ੇ ਤੋਂ ਬਗੈਰ ਕਿਵੇਂ ਆ ਗਈ ਇੰਡੀਆ। ਉਹਦਾ ਸੱਚ ਕੀ ਹੈ? ਉਹਦਾ ਸੱਚ ਮੈਂ ਇੱਕ ਵਾਰੀ ਜਾ ਕੇ ਉਹਦਾ ਵੀ ਰਾਇਲ UK ਦੀ ਮਤਲਬ ਕਿ ਜਾ ਕੇ ਨਾ ਵੈਬਸਾਈਟ ਤੇ ਚੈੱਕ ਕੀਤਾ ਸੀਗਾ। ਉਹਦੇ ਚ ਉੱਥੇ ਕੀ ਲਿਖਿਆ ਸੀਗਾ? ਉਹਦੇ ਚ ਉਹਨਾਂ ਨੇ ਲਿਖਿਆ ਸੀਗਾ ਕਿ when traveling overseas the queen does not require a British passport। ਮਤਲਬ ਕਿ ਉਹਨਾਂ ਦੀ ਇੱਕ ਇੰਡੀਆ ਦੇ ਨਾਲ ਹੀ ਨਹੀਂ, ਬਹੁਤ ਸਾਰੇ ਮੁਲਕਾਂ ਦੇ ਨਾਲ ਸੰਧੀ ਹੈ ਜਿੱਥੇ ਮਹਾਰਾਣੀ ਨੂੰ ਨਾ ਪਾਸਪੋਰਟ ਦੀ ਜ਼ਰੂਰਤ ਹੈ ਨਾ ਵੀਜ਼ੇ ਦੀ ਜ਼ਰੂਰਤ ਹੈ। ਕੈਨੇਡਾ ਦੇ ਵਿੱਚ ਵੀ ਭਾਰਤ ਨਾਲ ਹਾਂ ਪਤਾ ਨਹੀਂ ਮੈਨੂੰ, ਮੈਂ ਐਵੇਂ ਕਹਾਂ ਮੈਨੂੰ ਕੈਨੇਡਾ ਬਾਰੇ ਕੋਈ ਜਾਣਕਾਰੀ ਨਹੀਂ, ਮੈਨੂੰ ਵਰਲਡ ਤੋਂ ਬੇਦੀ ਤੱਕ ਦੀ ਕੋਈ ਜਾਣਕਾਰੀ ਨਹੀਂ ਹੈ, ਉਹ ਤੁਹਾਨੂੰ ਪਤਾ ਹੋਏਗਾ। ਪਰੰਤੂ ਗੱਲ ਇਹ ਆ ਕਿ ਤਥਾਤਮਕ ਤੌਰ ਤੇ ਚੀਜ਼ਾਂ ਨੂੰ ਵਿਵਾਰ ਕੇ ਪੇਸ਼ ਕਰਨ ਦਾ ਇਹ WhatsApp ਯੂਨੀਵਰਸਿਟੀ ਦਾ ਨਤੀਜਾ ਹੈ ਕਿ ਬੁਲਾਰਨ ਕੌਮੀ ਪੱਧਰ ਤੇ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਚੱਲ ਰਹੀ ਹੈ। ਔਰ ਮੈਂ ਹੈਰਾਨ ਹੋਇਆ, ਇੱਕ ਨੈਸ਼ਨਲ ਨਿਊਜ਼ ਪੇਪਰ ਨੇ ਇਹਦੇ ਤੇ ਆਰਟੀਕਲ ਪਾਇਆ ਹੋਇਆ ਬਿਲਕੁਲ WhatsApp ਯੂਨੀਵਰਸਿਟੀ ਵਾਲਾ, ਔਰ ਉਹ ਜਿਹੜਾ ਅਦਾਰਾ ਹੈ ਉਹ ਪ੍ਰੋ ਗਵਰਨਮੈਂਟਲ ਹੈ, ਇਸ ਟਾਈਮ ਖੁੱਲ ਕੇ ਬੋਲਦਾ ਮੋਦੀ ਸਰਕਾਰ ਦੇ ਹੱਕ ਦੇ ਵਿੱਚ। ਤਾਂ ਇਹ ਇੱਕ ਏਜੰਡੇ ਦੇ ਤਹਿਤ ਕੀਤਾ ਜਾ ਰਿਹਾ। ਤਥਾਤਮਕ ਤੌਰ ਤੇ ਮੈਂ ਕੁਝ ਚੀਜ਼ਾਂ ਤੁਹਾਨੂੰ ਕਲੈਰੀਫਾਈ ਕਰਕੇ ਬਹੁਤ ਇਨਫੋਰਮੇਸ਼ਨ ਸੀ ਉਹਦੇ ਵਿੱਚ, ਔਰ ਇਨਫੋਰਮੇਟਡ ਸੀਗਾ ਸਾਰਾ ਹੀ ਤੁਹਾਡੀ ਜਿਹੜੀ ਗੱਲਬਾਤ ਆ। ਮੈਂ ਔਰ ਬੜੇ ਧਿਆਨ ਨਾਲ ਸੁਣੀਏ। ਲੋ ਮੇਰੇ ਨਾਲ ਕਾਲਰ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਨੇ ਹੁਣ ਥੋੜੀ ਦੇਰ ਪਹਿਲਾਂ ਦੱਸਿਆ ਵੀ ਭਾਜਪਾ 2027 ਦੇ ਪਲਾਨ ਤੇ ਚੱਲ ਰਹੀ ਆ ਕਿ ਇਹਦੇ ਵਿੱਚ ਏਦਾਂ ਦੀ ਇਹਨਾਂ ਦੀ ਪਲਾਨ ਵੀ ਹੈਗੀ ਹੈ ਵੀ ਜਿਵੇਂ ਹੁਣ ਯੂਪੀ ਤੋਂ ਬਾਅਦ ਕਹਿੰਦੇ ਗੱਲਾਂ ਹੋ ਰਹੀਆਂ ਉਹਨਾਂ ਦੀ ਕਿਸੇ ਚੈਟ ਦੇ ਵਿੱਚ ਵੀ ਆਪਣਾ ਸਾਰਾ ਕੁਝ ਜੋ ਵੀ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਵੀ ਕਿਸਾਨੀ ਨੂੰ ਖਿੱਚ ਕੇ ਇੱਕ ਪਾਸੇ ਭਾਜਪਾ ਆਪਣੀ ਵੋਟ ਪੋਲਰਾਈਜ਼ ਕਰੇ ਵੀ ਅਸੀਂ ਸਾਰੇ ਇੱਕ ਪਾਸੇ ਹੋ ਜਾਈਏ ਵੀ ਸਾਡੀ ਵੋਟ ਪੱਕੀ ਹੋਏ ਨਾ, ਇੱਕ ਤਾਂ ਉਹ ਫਾਇਦਾ ਲੈ ਰਹੀ ਹੋਵੇ। ਉਸ ਤੋਂ ਬਾਅਦ ਯੂਪੀ ਦੀ ਇਲੈਕਸ਼ਨ ਤੋਂ ਬਾਅਦ ਇਹ ਜਿਵੇਂ 80s ਦੇ ਵਿੱਚ 70s ਦੇ ਵਿੱਚ ਪੰਜਾਬ 'ਚ ਬਲੈਕ ਆਊਟ ਕਰ ਰਹੀ ਸੀ ਕਾਂਗਰਸ ਗਵਰਨਮੈਂਟ, ਉਵੇਂ ਜਿਵੇਂ 50 ਕਿਲੋਮੀਟਰ ਖੇਤਰ BSF ਨੂੰ ਦਿੱਤਾ ਵਾ ਉਵੇਂ ਕਰਕੇ ਸਾਰਾ ਨੱਪਿਆ ਜਾਵੇ ਤੇ ਇਹਨੂੰ ਯੂਟੀ ਐਲਾਨ ਕੀਤਾ ਜਾਵੇ, ਡਿਸਟਰਬ ਏਰੀਆ ਐਲਾਨ ਕਰਕੇ ਇਹਨੂੰ ਨੱਪਿਆ ਜਾਵੇ ਪੂਰੇ ਏਰੀਏ ਨੂੰ।
ਕਿਉਂਕਿ ਇੱਕ ਹੁਣ ਨਾਰਥ ਇੰਡੀਆ ਵਿੱਚ ਆਹੀ 2-4 ਸਟੇਟ ਆ ਜਿੱਥੇ ਭਾਜਪਾ ਦਾ ਕਾਬੂ ਨਹੀਂ ਪੈ ਰਿਹਾ ਹੈਗਾ ਜੀ। ਇਹਦੇ ਬਾਰੇ ਕੀ ਵਿਚਾਰ ਨੇ ਜੀ? ਮਿਹਰਬਾਨੀ, ਥੈਂਕ ਯੂ। ਨਹੀਂ ਸਰ, ਮੈਂ ਤਾਂ ਦੇਖੋ ਜਿਹੜੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਆ ਉਹਨੂੰ ਆਪਾਂ ਘੱਟੀ ਕਹਿਣ ਤੋਂ ਕਹਿ ਲਈਏ ਕਿ ਗੁਰੇਜ਼ ਹੀ ਕਰੀਦਾ ਕਿ ਕੱਲ ਨੂੰ ਕੀ ਪਤਾ ਕੀ ਹੋਣਾ। ਪਰ ਅੱਜ ਦੇ ਦੌਰ ਦੇ ਵਿੱਚ ਚੈਟ ਤੋਂ ਗੱਲ ਚੱਲੀ ਸੀ ਕਿ ਚੈਟ ਤੇ ਇਸ ਤਰ੍ਹਾਂ ਦੀ ਵੀ ਹੋ ਰਹੀ ਆ। ਹੁਣ ਉਹਦੀ ਵੀ ਕਿਤੇ ਨਾ ਕਿਤੇ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ, ਉਹ ਵੀ ਕਿਤੇ ਨਾ ਕਿਤੇ ਇਨਵੈਸਟੀਗੇਟ ਹੋਣੀ ਚਾਹੀਦੀ ਆ ਕਿ ਪੀਐਮਓ ਦਫ਼ਤਰ ਦਾ ਬੰਦਾ ਜਿਹੜਾ ਕਲੇਮ ਕਰਦਾ ਕਿ ਮੈਂ ਉੱਥੇ ਆ ਜਾਂ ਮੇਰਾ ਉੱਥੇ ਆਉਣਾ ਜਾਣਾ ਆ ਜਾਂ ਮੈਂ ਨੀਤੀ ਆਯੋਗ ਦੇ ਵਿੱਚ ਆ, ਨੀਤੀ ਆਯੋਗ ਦੀ ਉਹ ਗੱਲ ਕਰਦਾ ਆ, ਤਾਂ ਉਹ ਕੌਣ ਆ ਬੰਦਾ? ਉਹ ਜੇ ਉਹ ਫਾਲਸ ਆ ਜਾਂ ਜੇ ਉਹ ਗਲਤ ਆ, ਵੀਡੀਓ ਕੋਈ ਆਡੀਓ ਕੋਈ ਐਡਿਟ ਕੀਤੀ ਆ, ਤਾਂ ਬੰਦਾ ਲੱਭਣਾ ਚਾਹੀਦਾ। ਉਹਦੇ ਬਾਰੇ ਸਾਰੀ ਸ਼ੋਰੀ ਕਰ ਗਏ। ਸੋ ਗਾਹ ਕੀ ਹੋਣਾ ਇਹਦੀਆਂ ਚੀਜ਼ਾਂ ਦਾ ਆਪਾਂ ਅੰਦਾਜ਼ਾ ਜੇ ਲਾਈਏ ਤੇ ਦੇਖੋ ਕੁਛ ਵੀ ਹੋ ਸਕਦਾ ਹੈ। ਉਹਦੇ ਚ ਸੱਜੇ ਵੀ ਜਾ ਸਕਦੀ ਕਹਾਣੀ, ਖੱਬੇ ਵੀ ਜਾ ਸਕਦੀ ਆ, ਪਰੰਤੂ ਇਹ ਇੱਕ ਇਕੱਲੇ ਆਡੀਓ ਦਾ ਮੈਂ ਮਸਲਾ ਚੁੱਕਿਆ ਸੀਗਾ। ਹੁਣ ਉਹ ਚੀਜ਼ਾਂ ਕਿਸ ਦਿਸ਼ਾ ਵੱਲ ਬਦਲ ਗਿਆ। ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ, ਇਕੱਲਾ ਇਹ ਨਹੀਂ ਹੁੰਦਾ ਕਿ ਕਮਿਊਨਿਟੀ ਦੇ ਵਿੱਚ ਪਾੜ ਪਾ ਕੇ ਹੀ ਰਾਜਨੀਤੀ ਅੱਗੇ ਸੱਤਾ ਤੱਕ ਜਾਂਦੀ ਆ। ਇੱਕ ਚੀਜ਼ ਹੋਰ ਵੀ ਹੁੰਦੀ ਆ ਕਿ ਹੇਠਲੇ ਪੱਧਰ ਤੇ ਛੋਟੇ ਮੋਟੇ ਕੰਮ ਕਰਾਉਣ ਵਾਸਤੇ ਤੁਹਾਡੀ ਪਹੁੰਚ ਦਫ਼ਤਰਾਂ ਤੱਕ ਹੋਣੀ ਲਾਜ਼ਮੀ ਹੈ ਜੀ। ਉਹਦੇ ਵਾਸਤੇ ਤੁਹਾਨੂੰ ਇੱਕ ਆਈਡੀਅਲ ਬੰਦਾ ਚਾਹੀਦਾ ਜਾਂ ਤੁਹਾਡੇ ਪੱਖ ਦੀ ਸਰਕਾਰ ਚਾਹੀਦੀ ਆ। ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ। ਤਾਂ ਉਹ ਕੀ ਪੰਜਾਬ ਦੇ ਵਿੱਚ ਜਿਹੜੀ 22 ਚ ਸਰਕਾਰ ਬਣੇਗੀ ਉਹ ਕਿਸ ਤਰ੍ਹਾਂ ਦੀ ਬਣੇਗੀ? ਸਰਕਾਰ ਰਲਮੀ ਮਿਲਦੀ ਬਣੇਗੀ ਜਾਂ ਕਿਸ ਤਰ੍ਹਾਂ ਦਾ ਭਾਜਪਾ ਦਾ ਰੋਲ ਰਹੇਗਾ? ਆਰਐਸਐਸ ਦੇ ਕਿੰਨੇ ਕੁ ਬੰਦੇ ਜਿਹੜੇ ਆ ਉਹ ਪਾਵਰ ਸ਼ੇਅਰਿੰਗ ਦੇ ਵਿੱਚ ਸ਼ਾਮਿਲ ਹੋਣਗੇ? ਉਹ ਸਾਰੀਆਂ ਚੀਜ਼ਾਂ ਹਾਲੇ ਬਕਾਇਆ ਨੇ, ਸਾਫ਼ ਹੋਣਗੀਆਂ। ਆਪਾਂ ਕੋਈ ਐਵੇਂ ਤੁੱਕੇ ਮਾਰੀ ਕਰੀਏ ਕਿ ਕੱਲ ਨੂੰ ਆਹ ਹੋ ਜਾਣਾ ਜੀ ਪੰਜਾਬ 'ਚ, ਔਰ ਹੱਥ ਜੋੜੋ ਰੱਬ ਦਾ ਵਾਸਤਾ ਕਿ ਕਦੇ ਉਹੋ ਜਿਹੇ ਹਾਲਾਤ ਦੁਬਾਰਾ ਨਾ ਹੋਣ ਪੰਜਾਬ। ਬਿਲਕੁਲ 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 ਬਿਲਕੁਲ। ਜਿਨ੍ਹਾਂ ਨੇ ਪੰਜਾਬ ਦੇ ਉਹ ਮੁੱਢਲੇ ਰੂਪ ਦੇ ਵਿੱਚ ਪੰਜਾਬ ਦੀ ਸ਼ਾਂਤੀ ਖੁਸ਼ਹਾਲੀ ਦੇਖੀ ਹੈ ਨਾ, ਉਹ ਲੋਕ ਚੀਚੀਆਂ ਵੱਢਦੇ ਨੇ ਕਿ ਇਹ ਕਿਹੜਾ ਦੁੱਧ 'ਚ ਕਾਂਜੀ ਪਾ ਗਿਆ। ਮੰਦਰਾਂ ਦੇ ਵਿੱਚ ਗਊਆਂ ਦੀ ਮਾਂ ਸੁੱਟ ਜਾਣੀ, ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉੱਥੇ ਬੀੜੀਆਂ ਸਿਗਰਟਾਂ ਸੁੱਟੀਆਂ ਜਾਣੀਆਂ, ਲਾਲਾ ਹੋ ਜਾਣੀ, ਫਿਰ ਭੜਥੂ ਮਚਣਾ, ਫਿਰ ਡਾਂਗਾਂ ਖਿਲਰਨੀਆਂ, ਸੋ ਗੋਲੀਆਂ ਚੱਲਣੀਆਂ, ਬੜਾ ਕੁਝ ਬੁਰਾ ਹਾਲ। ਕਿਸ ਤਰੀਕੇ ਦੇ ਨਾਲ ਪੰਜਾਬ ਨੇ ਸੰਤਾਪ ਹੰਢਾਇਆ। ਦੁਆ ਕਰੋ, ਅਰਦਾਸ ਕਰੋ ਕਿ ਜਿਹੜੇ ਇਹ ਤੀਲੀਆਂ ਲਾਉਣ ਵਾਲੇ ਨੇ ਸਰਕਾਰ ਇਹਨਾਂ ਨੂੰ ਫੜ ਕੇ ਨੱਥ ਪਾਵੇ ਤੇ ਅੰਦਰ ਤੱਕੇ ਕਰੋ। ਐਨਵੇ ਮੇਰਾ ਅਗਲਾ ਕੁਐਸਚਨ ਵਾਈਂਡ ਅਪ ਕਰਨ ਵਾਲੇ ਪਾਸੇ ਆ। ਰੂਸਾ ਆਲਮ ਨੇ ਧਮਕੀ ਦਿੱਤੀ ਹੈ, ਲੱਕੜ ਬੱਗੇ ਬੜਾ ਵੱਡਾ ਲਫ਼ਜ਼ ਆ, ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮਾਸਟਰ ਬਲਦੇਵ ਸਿੰਘ ਹੋਣਾ ਦੀ ਜਿਹੜੀ ਵਿਧਾਇਕੀ ਜਾਂਦੀ ਲੱਗੀ ਹੈ, ਮੈਂਬਰੀ ਰੱਦ ਹੋਈ ਹੈ, ਕੀ ਲਾਭ ਤੇ ਕੀ ਹਾਨੀਆਂ ਨੇ? ਪਹਿਲਾਂ ਰੂਸਾ ਵਾਲੀ ਗੱਲ ਕਰ ਲਈਏ। ਮੁੰਡੇ ਨੇ ਫੋਟੋ ਬੜੀ ਲਾਤੀ, ਪਿਆਰੀ ਲੱਗਦੀ ਜਾਪਦਾ ਉਹਨਾਂ ਨੂੰ। ਹਾਂਜੀ ਨਹੀਂ ਦੇਖੋ, ਰੂਸਾ ਆਲਮ ਨੇ ਤਾਂ ਬਹੁਤ ਧਮਕੀ ਦਿੱਤੀ ਆ, ਕਹਿੰਦੀ ਮੈਂ ਅਦਾਲਤ ਦੇ ਵਿੱਚ ਘੜੀਸਾਂਗੀ। ਤਾਂ ਮੈਨੂੰ ਤੇ ਇਹ ਨਹੀਂ ਪਤਾ ਲੱਗ ਰਿਹਾ ਕਿ ਆਂਟੀ ਰੂਸਾ ਕਿਸ ਅਦਾਲਤ ਚ ਘੜੀਸਣਗੇ, ਪਾਕਿਸਤਾਨ ਵਾਲੀ ਜਾਂ ਇੰਡੀਅਨ ਅਦਾਲਤਾਂ ਚ, ਜਾਂ ਉਹ ਕਿਤੇ ਨਾ ਕਿਤੇ ਇੱਕ ਖਿਆਲੀ ਪਲਾਓ ਬਣਾ ਰਹੇ ਆ ਕਿ ਦੁਬਾਰਾ ਸਰਦਾਰ ਸਾਹਿਬ ਆਉਣਗੇ ਸੱਤਾ ਦੇ ਵਿੱਚ ਤੇ ਫਿਰ ਦਰਬਾਰ ਲੱਗੇਗਾ, ਮੈਂ ਉੱਥੇ ਘੜੀਸਾਂਗੀ। ਇਹ ਵੀ ਹੋ ਸਕਦਾ, ਪਤਾ ਨਹੀਂ ਉਹਨਾਂ ਦੀ ਮਨਸ਼ਾ ਕਿਸ ਅਦਾਲਤ ਚ ਖੜਨ ਦੀ ਆ। ਸੋ ਇਹ ਚੱਲਦੀ ਪਈ ਆ ਜੀ, ਰਾਜਨੀਤਿਕ ਪੱਖ ਤੋਂ ਬਹਿਸਬਾਜ਼ੀ ਚੱਲ ਰਹੀ ਆ। ਰੂਸਾ ਆਲਮ ਜਵਾਬ ਦੇ ਰਹੀ ਆ, ਮਤਲਬ ਕਿ ਦੱਸ ਰਹੀ ਆ ਕਿ ਅਮਰਿੰਦਰ ਸਿੰਘ ਸ਼ੇਰ ਆ, ਤੁਸੀਂ ਸ਼ੇਰ ਨੂੰ ਜਗਾ ਦਿੱਤਾ ਵਗੈਰਾ ਵਗੈਰਾ, ਤੁਸੀਂ ਉਹ ਲੋਕ ਆ ਜਿਹੜੇ ਉਹਦੇ ਪੈਰਾਂ 'ਚ ਬਹਿੰਦੇ ਸੀ। ਗੱਲ ਤੇ ਉਹਦੀ ਵੈਸੇ ਸਹੀ ਹੈ, ਉਦੋਂ ਤਾਂ ਪੈਰਾਂ 'ਚ ਹੀ ਡਿੱਗਦੇ ਸੀ ਤੁਸੀਂ, ਅੱਜ ਹੁਣ ਤੁਸੀਂ ਖੁੱਲ ਕੇ ਬੋਲ ਰਹੇ ਹੋ। ਖੈਰ ਇਹਨਾਂ ਦਾ ਬਹਿਸ ਮੁਬੈਸਾ ਚੱਲਦਾ ਰਹੇਗਾ। ਬਾਕੀ ਅੱਜ ਅਮਰਿੰਦਰ ਸਿੰਘ 11 ਵਜੇ ਕਰਨ ਜਾ ਰਹੇ ਆ ਕੋਈ ਧਮਾਕਾ ਵੀ ਆਪਾਂ ਕਹਿੰਦੇ ਹੁੰਦੇ ਆ ਕਿ ਕਈ ਵਾਰ ਪਟਾਕਾ ਜਿਹੜਾ ਫੁੱਸਲੀ ਹੋ ਜਾਂਦਾ। ਸੋ ਕੀ ਨਿਕਲਦਾ 11 ਵਜੇ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਤੇ ਜ਼ਿਆਦਾ ਨਜ਼ਰ ਆ। ਔਰ ਅੱਜ ਇਹ ਖਬਰ ਜਿਹੜੀ ਆਈ ਹੈ ਇਹ ਤੁਸੀਂ ਦੇਖ ਲਿਓ, ਇਹ ਅਰੂਸਾ ਵਾਲੀ ਖਬਰ ਨੂੰ ਜਿਹੜੀ ਹੈ ਚਿੱਤ ਕਰਦੇ। ਮਾਸਟਰ ਬਲਦੇਵ ਸਿੰਘ ਜੀ, ਵਿਧਾਇਕ ਮੈਂਬਰੀ ਰੱਦ ਬਾਰੇ ਕੀ ਲਾਭ ਕੀ ਹਾਨੀਆਂ ਹਨ, ਜਾਣਨਾ ਚਾਹਾਂਗੇ ਤੁਹਾਡੇ ਕੋਲ। ਦੇਖੋ ਕੋਈ ਲਾਭ ਹਾਨੀ ਨਹੀਂ, ਉਹਨਾਂ ਦੀ ਪਰਸਨਲ ਜਾਂ ਇੰਡੀਵਿਜੂਅਲ ਲਾਭ ਹਾਨੀ ਆ। ਹੁਣ ਕੋਈ ਪਾਰਟੀ ਪੱਧਰ ਤੇ ਕੁਛ ਵੀ ਨਹੀਂ ਹੈ, ਕਿਉਂਕਿ 6 ਜਣੇ ਸੀਗੇ, ਕਮਰ ਸੰਧੂ ਤੇ ਵਾਪਸ ਆ ਗਏ। ਅੱਛਾ, ਬਾਕੀ ਜਿਹੜੇ ਰਹਿ ਗਏ ਸੀ ਉਹਨਾਂ ਦੇ ਵਿੱਚੋਂ ਵੀ 2 ਮੇਰੇ ਖਿਆਲ ਦੇ ਨਾਲ ਸੰਦੋਆ ਤੇ ਇੱਕ ਹੋਰ ਉਹ ਮੁੜ ਗਏ ਸਨ, ਤੇ ਬਾਕੀ ਉਹ ਪਿਰਮਲ ਸਿੰਘ, ਜਗਦੇਵ ਸਿੰਘ, ਨਾਜਰ ਸਿੰਘ, ਇਹ ਹਾਲੇ ਕਤਾਰ ਦੇ ਵਿੱਚ ਇਹਨਾਂ ਤੇ ਫੈਸਲਾ ਹੋਣਾ ਬਾਕੀ ਆ। ਬਲਦੇਵ ਸਿੰਘ ਤੇ ਫੈਸਲਾ ਆ ਗਿਆ। ਜਿਹੜੇ ਹੈਗੇ ਨੇ
ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਸੀ ਥੋੜੇ ਦਿਨ ਪਹਿਲਾਂ। ਸਪੀਕਰ ਸਾਹਿਬ ਨੂੰ ਹੁਣ ਯਾਦ ਆਈ ਹੈ। ਸੁਖਪਾਲ ਸਿੰਘ ਖਹਿਰਾ ਦੇਖੋ ਇਸ ਮਾਮਲੇ ਦੇ ਵਿੱਚ ਉਹਦੀਆਂ 2 ਪੈਨਸ਼ਨਾਂ ਹੋ ਗਈਆਂ। ਪਤਾ ਨਹੀਂ ਮਿਲਦਾ ਤਾਂ 2 ਵਾਰੀ ਰਿਹਾ ਕਿ 3 ਵਾਰੀ ਰਿਹਾ, 2 ਵਾਰੀ ਰਿਹਾ। ਬੜਾ ਕੋਈ ਦੱਸ ਦਿੱਤਾ ਤੁਸੀਂ ਉਹਦੇ ਬਾਰੇ। ਹਾਂਜੀ 2 ਪੈਨਸ਼ਨਾਂ ਉਹਦੀਆਂ ਪੱਕੀਆਂ ਹੋ ਗਈਆਂ। ਹੁਣ ਇਹ ਇੱਕ ਬੜੀ ਵੱਡੀ ਵਜ਼ਾਰਤ ਆ ਕਿ ਕੀ ਬਲਦੇਵ ਸਿੰਘ ਪੈਨਸ਼ਨ ਦੇ ਲਾਭ ਤੋਂ ਵਿਰਵਾ ਹੋਏਗਾ ਜਾਂ ਮਿਲੇਗਾ। ਜੇ ਡਿਸਕੁਆਲੀਫਾਈਡ ਬੰਦੇ ਨੂੰ ਇਸ ਤਰ੍ਹਾਂ ਦਾ ਦਲ ਬਦਲੇ, ਕਾਨੂੰਨ ਦਾ ਦੋਸ਼ੀ ਬੰਦਾ ਜਿਹੜਾ ਉਹ ਵੀ ਪੈਨਸ਼ਨ ਦਾ ਹੱਕਦਾਰ ਹੈ। ਮੈਂ ਕਾਫੀ ਮੀਡੀਆ ਦੀਆਂ ਰਿਪੋਰਟਾਂ ਫਰੋਲੀਆਂ ਨੇ ਅੱਜ ਦੀਆਂ ਤੜਕੇ ਉੱਠ ਕੇ, ਕਿਸੇ ਵੀ ਮੀਡੀਆ ਨੇ ਇਹਦਾ ਜ਼ਿਕਰ ਨਹੀਂ ਕੀਤਾ। ਜਿਹੜਾ ਕਿ ਮੇਰਾ ਮੰਨਣਾ ਹੈ ਕਿ ਤੁਸੀਂ ਮੀਡੀਆ ਨਾਲ ਧੋਖਾ, ਜਨਤਾ ਨਾਲ, ਪਾਠਕ ਨਾਲ ਧੋਖਾ ਕਰਦੇ ਹੋ। ਤੁਸੀਂ ਘੱਟੋ ਘੱਟ ਸਾਫ਼ ਤਾਂ ਕਰੋ ਨਾ ਕਿ ਉਹਦੇ ਲਾਭ ਹਾਨੀ ਕੀ ਰਹਿਣਗੇ, ਕਿ ਉਹਨੂੰ ਭੱਤੇ ਮਿਲਣਗੇ ਜਾਂ ਨਹੀਂ ਮਿਲਣਗੇ। ਸੋ ਇਹ ਬੜੀ ਵੱਡੀ ਗੱਲ ਹੋਏਗੀ ਕਿਉਂਕਿ ਉਹ ਤਾਂ ਫਿਰ ਪੈਸੇ ਦੇ ਵਿੱਚ ਆ। ਡਿਸਕੁਆਲੀਫਾਈਡ ਹੋ ਕੇ ਤਨਖਾਹ ਜਿਹੜੀ ਬੇਸਿਕ ਤਨਖਾਹ ਹੈ ਉਧਰ ਮੈਂ ਤੁਹਾਨੂੰ ਦੱਸੀ ਸੀ 25,000 ਆ, ਤੇ ਜਿਹੜੀ ਪੈਨਸ਼ਨ ਆ ਉਹ ਮਿਲੇਗੀ 80-85,000। ਸਾਰੇ ਭੱਤੇ ਵਗੈਰਾ ਪਾ ਕੇ ਬੰਦਾ ਨੁਕਸਾਨ ਚ ਆ ਕਿ ਫਾਇਦੇ ਤੇ ਆ? ਤੁਸੀਂ ਮੈਨੂੰ ਦੱਸੋ, ਜਿਹਨੂੰ 85,000 ਅੱਜ ਪੈਨਸ਼ਨ ਲੱਗ ਗਈ ਆ ਉਹ ਤੇ ਕਹੂਗਾ 36 ਵਾਰੀ ਕਰੋ ਡਿਸਕੁਆਲੀਫਾਈਡ ਬੰਦੇ। ਬਿਲਕੁਲ ਬਿਲਕੁਲ ਬਿਲਕੁਲ। ਗੱਲ ਇਹ ਹੈ ਕਿ ਜੇ ਡਿਸਕੁਆਲੀਫਾਈਡ ਬੰਦਾ, ਡਿਸਕੁਆਲੀਫਾਈਡ ਬਰਖਾਸਤ ਮਤਲਬ ਕਿ ਰੱਦ ਹੈ ਉਹਦੀ ਮੈਂਬਰਸ਼ਿਪ, ਤਾਂ ਹੀ ਹੈ ਜੇ ਕਿਸੇ ਕਾਨੂੰਨ ਦੇ ਤਹਿਤ ਦੋਸ਼ੀ ਪਾਇਆ ਜਾਂਦਾ। ਜੇ ਦੋਸ਼ੀ ਦੀ ਪੈਨਸ਼ਨ ਹੀ ਨਹੀਂ ਕੱਟਣੀ, ਇੱਕ ਅਖਬਾਰ ਨੇ ਦਾਅਵਾ ਕੀਤਾ ਕਿ ਉਹਨੂੰ ਮਿਲੇਗੀ ਪੈਨਸ਼ਨ। ਪਰ ਜੇ ਆਪਾਂ ਦੇਖੀਏ ਕਾਨੂੰਨ ਨੂੰ ਫੋਲੀਏ, ਜਿਹੜਾ ਕਾਨੂੰਨ ਇੱਥੇ ਪੈਨਸ਼ਨ ਦਿੰਦਾ ਹੈ ਉਹਦੇ ਚ ਤੇ ਖਾਸ ਤੌਰ ਤੇ ਲਿਖਿਆ ਹੋਇਆ, ਜੇ ਆਪਾਂ ਗੱਲ ਕਰੀਏ ਉਹਦੇ ਇੱਕ ਸੈਕਸ਼ਨ ਦੇ ਵਿੱਚ ਲਿਖਿਆ ਕੇਸ ਏ ਮੈਂਬਰ resigns or is disqualified, he shall not be entitled to get any pension or an additional pension of that caste। ठीक है जी, during which he has resigned or is disqualified as the case may be। आगे जाके उन्होंने क्या कि provided that where a member has resigned during the last period of 6 months of the tenure of the legislative assembly, such member shall be entitled for pension। मतलब कि 6 ਮਹੀਨਿਆਂ ਦੇ ਵਿੱਚ ਜਾ ਕੇ ਅਖੀਰ ਦੇ 6 ਮਹੀਨਿਆਂ 'ਚ ਜਾ ਕੇ ਅਸਤੀਫਾ ਦਿੰਦਾ, ਜਿਵੇਂ ਹੁਣ ਸੁਖਪਾਲ ਖਹਿਰਾ ਉਹਦੇ ਹੋ ਗਿਆ ਪ੍ਰਵਾਨ। ਪਰ ਇੱਥੇ ਇਹਨਾਂ ਨੇ ਜੋ ਪਰਿਭਾਸ਼ਾ ਲਿਖੀ ਹੈ, ਮੈਂ ਕਾਨੂੰਨ ਵੀ ਦੱਸ ਦਿੰਦਾ ਤੁਹਾਨੂੰ, ਜਿਹੜਾ ਹੈਗਾ ਦਾ ਪੰਜਾਬ ਸਟੇਟ ਲੈਜਿਸਲੇਚਰ ਮੈਂਬਰਸ ਪੈਨਸ਼ਨ ਐਂਡ ਮੈਡੀਕਲ ਫੈਸਿਲਿਟੀਜ਼ ਰੈਗੂਲੇਸ਼ਨ ਐਕਟ 1977। ਠੀਕ ਹੈ ਜੀ, ਇਹ ਐਕਟ 5 ਦੇ ਵਿੱਚ ਜੋ ਇਹ ਪ੍ਰੋਵੀਜ਼ਨਾਂ ਨੇ, ਪਰ ਇਹ ਅਮੈਂਡ ਕੀਤਾ ਗਿਆ ਸੀਗਾ 2016 ਦੇ ਵਿੱਚ। 2016 ਦੇ ਵਿੱਚ ਇਹਨੂੰ ਅਮੈਂਡ ਕੀਤਾ ਗਿਆ ਸੀ। ਹੁਣ ਉਹਦੇ 'ਚ ਇਹਨਾਂ ਨੇ ਕੀ ਪਾਇਆ, ਹੋ ਸਕਦਾ ਡਿਸਕੁਆਲੀਫਾਈਡ ਵੀ ਪਾਤਾ ਹੋਵੇ ਕਿ ਡਿਸਕੁਆਲੀਫਾਈਡ ਦੀ ਹੱਕਦਾਰ ਹੈ, ਕਿਉਂਕਿ 2016 ਚ ਅਮੈਂਡਮੈਂਟ ਕਰ ਗਿਆ ਸੀ ਅਕਾਲੀ ਦਲ, ਇਸ ਕਾਨੂੰਨ ਦੇ ਵਿੱਚ ਵੀ ਅਮੈਂਡਮੈਂਟ ਕਰ ਗਿਆ ਸੀਗਾ। ਪਰ ਇਹ ਦੇਖਣਾ ਹੋਏਗਾ ਕਿ ਕੀ ਮਿਲਦਾ ਕਿ ਨਹੀਂ ਮਿਲਦਾ। ਜੇ ਪਤਾ ਮਿਲਦਾ ਇਸ ਤਰ੍ਹਾਂ ਲਾਭ ਮਿਲਦਾ ਤੇ ਫਿਰ ਤੇ ਤੁਸੀਂ ਆਪ ਹੀ ਸੋਚ ਵਿਚਾਰ ਲਓ ਕਿ ਡਿਸਕੁਆਲੀਫਿਕੇਸ਼ਨ ਹੋਈ ਜਾਂ ਨਾ ਹੋਈ, ਕਿਹੜੇ ਵੇਲੇ ਜਾਂ ਸਵੇਲੇ ਹੋਈ, ਉਹਦਾ ਫਾਇਦਾ ਕੀ ਹੈ। ਜੀ 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 ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ, ਧੰਨਵਾਦ। ਸਵੇਰੇ ਮਿਲਦੇ ਹਾਂ ਜੀ, ਰੱਬ ਰਾਖਾ, ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।